हाँ बेटा, ਅਸੀਂ ਆਪਣਾ ਅੱਜ ਜਿਹੜਾ ਟੌਪਿਕ ਸਟਾਰਟ ਕਰਨਾ ਹੈ ਉਹ ਹੈ ਅਮਰੀਕਨ ਰੈਵੋਲੂਸ਼ਨ। ਜਦੋਂ ਅਸੀਂ ਅਮਰੀਕਨ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਅਸੀਂ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਵੀ ਕਹਿੰਦੇ ਹਾਂ। ਇਹਨੂੰ ਅਮਰੀਕਾ ਦੀ ਆਜ਼ਾਦੀ ਦੀ ਲੜਾਈ ਵੀ ਕਹਿੰਦੇ ਹਾਂ। 1776 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਔਰ ਆਫਟਰ 7 years 1783 ਦੇ ਵਿੱਚ ਇਹ ਖਤਮ ਹੁੰਦੀ ਹੈ ਔਰ ਅਮਰੀਕਾ ਇੱਕ ਇੰਡੀਪੈਂਡੈਂਟ ਕੰਟਰੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ। ਇਹਦਾ ਮਤਲਬ ਬੇਟਾ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਅੱਜ ਅਸੀਂ ਅਮਰੀਕਾ ਦੇਖ ਰਹੇ ਹਾਂ ਉਹਨੂੰ ਅਸੀਂ ਕੰਪਲੀਟ ਨਾਮ ਅਗਰ ਤੁਸੀਂ ਧਿਆਨ ਦੇ ਨਾਲ ਉਹਦਾ ਦੇਖਿਆ ਹੋਏਗਾ ਦੈਨ ਇਟ ਇਜ਼ USA, ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹਦਾ ਮਤਲਬ ਜਿਹੜਾ ਅਮਰੀਕਾ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ, ਇਹ ਬਹੁਤ ਸਾਰੀਆਂ ਸਟੇਟਾਂ ਨੂੰ ਮਿਲਾ ਕੇ ਬਣਿਆ। ਔਰ ਅਗਰ ਅਸੀਂ ਅੱਜ ਦੀ ਤਰੀਕ ਦੇ ਵਿੱਚ ਦੇਖੀਏ ਵੀ ਇਹਦੀਆਂ ਕਿੰਨੀਆਂ ਸਟੇਟਾਂ ਨੇ ਤੇ ਇਹਦੇ ਵਿੱਚ 51 ਸਟੇਟਸ ਨੇ। ਪਰ ਜਦੋਂ ਇਹ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਜਾਂ ਜਿਸ ਨੂੰ ਅਸੀਂ ਅਮਰੀਕਨ ਕ੍ਰਾਂਤੀ ਕਹਿੰਦੇ ਆ ਇਹਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਵੇਲੇ 13 ਸਟੇਟਾਂ ਨੇ, 13 ਕॉलोनीज़ ਨੇ, 13 ਬਸਤੀਆਂ ਨੇ ਜਿਨ੍ਹਾਂ ਦੇ ਉੱਤੇ ਇੰਗਲੈਂਡ ਦਾ ਅਧਿਕਾਰ ਹੈ ਔਰ ਕੁਝ ਹੋਰ ਨੇ ਜਿਨ੍ਹਾਂ ਦੇ ਉੱਤੇ ਈਵਨ ਫਰਾਂਸ ਦਾ ਅਧਿਕਾਰ ਔਰ ਦੂਜੀਆਂ ਸਟੇਟਾਂ ਦਾ ਵੀ ਥੋੜਾ ਬਹੁਤਾ ਕੰਟਰੋਲ ਸੀਗਾ। ਤੋ ਜਾਨੀ 1776 ਦੇ ਵਿੱਚ ਇਹ ਅਮਰੀਕਾ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਅਮਰੀਕਾ ਸਾਨੂੰ ਅੱਜ ਦਿਖਾਈ ਦੇ ਰਿਹਾ ਹੈ। ਹੁਣ ਉਹ ਕਾਫੀ ਬੜਾ ਔਰ ਐਨਲਾਰਜ ਕੰਟਰੀ ਸਾਨੂੰ ਦਿਖਾਈ ਦੇ ਰਿਹਾ। ਇਸ ਤੋਂ ਪਹਿਲਾਂ ਕਿ ਅਸੀਂ ਉਹਦੇ ਕਾਰਨ ਪੜ੍ਹਨੇ ਸ਼ੁਰੂ ਕਰੀਏ, ਇਹਦੇ ਵਿੱਚ ਇੱਕ ਦੋ ਚੀਜ਼ਾਂ ਤੁਸੀਂ ਜਿਹੜੀਆਂ ਹੋਰ ਧਿਆਨ 'ਚ ਰੱਖਣੀਆਂ ਕਿ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਨੇ ਉਹਨਾਂ ਨੂੰ ਰੈੱਡ ਇੰਡੀਅਨਸ ਵੀ ਕਿਹਾ ਜਾਂਦਾ ਹੈ ਔਰ ਹਜੇ ਵੀ ਉਹ ਮੂਲ ਨਿਵਾਸੀ ਅਮਰੀਕਾ ਵਿੱਚ ਐਗਜ਼ਿਸਟ ਕਰਦੇ ਨੇ ਔਰ ਉਹ ਅਲੱਗ ਏਰੀਆਸ ਉਹਨਾਂ ਦੇ ਲਈ ਡਿਮਾਰਕੇਟ ਕੀਤੇ ਹੋਏ ਨੇ ਔਰ ਉਹਨਾਂ ਨੂੰ ਬਹੁਤ ਸਾਰੀਆਂ ਛੂਟ ਦਿੱਤੀਆਂ ਹੋਈਆਂ ਨੇ ਇਸ ਗੱਲ ਨੂੰ ਸਮਝਦੇ ਹੋਏ ਕਿ ਅਮਰੀਕਨਸ ਦੇ ਓਰੀਜਨਲ ਲੋਕ ਉਹੀ ਨੇ, ਬਾਕੀ ਜਿਹੜੇ ਲੋਕ ਨੇ ਉਹ ਸਾਰੇ ਤੁਸੀਂ ਕਹਿ ਸਕਦੇ ਹੋ ਕਿ ਸ਼ਿਫਟ ਹੋ ਕੇ, ਮਾਈਗ੍ਰੇਟ ਹੋ ਕੇ ਆਏ ਹੋਏ ਨੇ ਅਲੱਗ-ਅਲੱਗ ਮੁਲਕਾਂ ਤੋਂ। ਐਂਡ ਟੂਡੇ ਅਮਰੀਕਾ ਇਜ਼ ਏ ਮਿਕਸਚਰ ਆਫ ਆਲ ਥੀਸ ਕਮਿਊਨਿਟੀਜ਼। ਉਹ ਜਿਹੜੇ ਮੂਲ ਨਿਵਾਸੀ ਨੇ ਉਹ ਡਿਫਰੈਂਟ ਨੇ ਜਿਹੜੇ ਅਮਰੀਕਨਸ। ਉੱਦਾਂ ਅਸੀਂ ਬਲੈਕ, ਵਾਈਟ ਔਰ ਇਸ ਤਰੀਕੇ ਦੇ ਨਾਲ ਕਈ ਤਰੀਕੇ ਦੀਆਂ ਗੱਲਾਂ ਉੱਥੇ ਕਰਦੇ ਹਾਂ ਜਾਂ ਅਸੀਂ ਦੇਖਦੇ ਹਾਂ, ਉਹ ਅਲੱਗ ਪਹਿਲੂ ਹੈ। ਤੋ ਇਸ ਸੰਦਰਭ ਦੇ ਵਿੱਚ ਅਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰਨਾ ਹੈ ਤਾਂ ਉਹਦੇ ਵਿੱਚ ਅਸੀਂ ਪਹਿਲਾਂ ਕੀ ਦੇਖਦੇ ਹਾਂ ਕਿ ਬੇਟਾ ਇਹਦੇ ਰਾਜਨੀਤਿਕ ਕਾਰਨ ਕੀ ਰਹੇ। ਜਿੱਦਾਂ ਮੈਂ ਦੱਸਿਆ ਕਿ ਅਮਰੀਕਾ ਦੇ ਵਿੱਚ ਉਸ ਟਾਈਮ ਜਿਹੜੀਆਂ ਬਸਤੀਆਂ ਸੀਗੀਆਂ ਉਹਨਾਂ ਦੇ ਉੱਤੇ ਇੰਗਲੈਂਡ ਦਾ ਜ਼ਿਆਦਾਤਰ ਕੰਟਰੋਲ ਸੀਗਾ ਔਰ ਇੰਗਲੈਂਡ ਦੇ ਪ੍ਰਤੀ ਉਹਨਾਂ ਬਸਤੀਆਂ ਦੇ ਵਿੱਚ ਰਹਿ ਰਹੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਦਾ ਭਾਵ ਸੀ। ਨੈਚੁਰਲ ਹੈ, ਕਿਉਂ ਹੁੰਦਾ ਹੈ? ਕਿਉਂਕਿ ਜਿਹੜੀਆਂ ਇਹ ਉਸ ਵੇਲੇ ਦੀਆਂ ਕॉलोनीज़ ਨੂੰ ਜਿਨ੍ਹਾਂ ਨੇ ਬਣਾਇਆ ਸੀਗਾ, ਜਿਵੇਂ ਇੰਗਲੈਂਡ ਦਾ ਹਿੰਦੁਸਤਾਨ ਦੇ ਉੱਤੇ ਵੀ ਕੰਟਰੋਲ ਰਿਹਾ, ਤਾਂ ਉਹ ਕॉलोनीज़ ਦਾ ਸ਼ੋਸ਼ਣ ਕਰਦੇ ਸੀ ਆਪਣੇ ਇਕਨੋਮਿਕ ਬੈਨੀਫਿਟ ਦੇ ਲਈ। ਉਹਨਾਂ ਦਾ ਮਕਸਦ ਉੱਥੋਂ ਪੈਸਾ ਕਮਾਉਣਾ, ਉੱਥੋਂ ਦੇ ਰਾਅ ਮਟੀਰੀਅਲਸ ਨੂੰ ਯੂਜ਼ ਕਰਨਾ, ਉੱਥੋਂ ਦੀ ਮੈਨ ਪਾਵਰ ਦਾ ਇਸਤੇਮਾਲ ਕਰਨਾ ਔਰ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਉੱਥੇ ਵੇਚਣ ਦੇ ਲਈ ਇੱਕ ਮੰਡੀ ਦੇ ਤੌਰ ਤੇ ਇਸਤੇਮਾਲ ਕਰਨਾ। ਔਰ ਇਸ ਕੰਮ ਨੂੰ ਕਰਦੇ ਹੋਏ ਉਹਨਾਂ ਤੋਂ ਕਈ ਵਾਰ ਸਮਾਜਿਕ ਔਰ ਧਾਰਮਿਕ ਤੌਰ ਦੇ ਉੱਤੇ ਵੀ ਉਹ ਇਹੋ ਜਿਹੀਆਂ ਕਹਿ ਲਓ ਵੀ ਕੰਮ ਹੋ ਜਾਂਦੇ ਸਨ ਜਿਨ੍ਹਾਂ ਦੇ ਨਾਲ ਉੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਪ੍ਰਤੀ ਜਿਹੜੇ ਕॉलोनाइज़र ਸਨ ਉਹਨਾਂ ਦੇ ਪ੍ਰਤੀ ਨਫ਼ਰਤ ਦਾ ਭਾਵ ਪੈਦਾ ਹੋ ਜਾਂਦਾ ਸੀ। ਉਹ ਜਦੋਂ ਵੱਧਦੀ ਜਾਂਦੀ ਹੈ ਨਫ਼ਰਤ ਤਾਂ ਫਿਰ ਇੱਕ ਸਟੇਜ ਆਉਂਦੀ ਹੈ ਕਿ ਬਸਟ ਆਊਟ ਹੁੰਦੀ ਹੈ, ਉਹ ਇੱਕ ਕ੍ਰਾਂਤੀ ਦਾ ਰੂਪ ਲੈ ਲੈਂਦੀ ਹੈ। ਇਸ ਕਰਕੇ ਉਹ ਜਿਹੜੀ ਨਫ਼ਰਤ ਸੀ ਇਹਨਾਂ ਕਈ ਕਾਰਨਾਂ ਕਰਕੇ ਉਹ ਵੀ ਇੱਕ ਕਾਰਨ ਬਣੀ। ਦੂਸਰਾ ਬੇਟਾ ਅਸੀਂ ਦੇਖਦੇ ਹਾਂ ਕਿ ਸੁਤੰਤਰਤਾ ਦੇ ਲਈ ਪਿਆਰ ਤੇ ਉન્નਤੀ ਦੀ ਇੱਛਾ। ਜਿਹੜਾ ਮਨੁੱਖ ਹੈ ਉਹ ਬੇਸਿਕਲੀ ਬੇਟਾ ਜਿਹੜਾ ਹੈ ਉਹ ਫਰੀडम ਲਵਿੰਗ ਹੈ। ਐਵਰੀ ਕ੍ਰੀਏਚਰ ਇਨ ਦਾ ਵਰਲਡ ਇਜ਼ ਅ ਫਰੀडम ਲਵਿੰਗ ਐਂਡ ਡਿਵੈਲਪਮੈਂਟ ਇਜ਼ ਦਾ ਏਮ। ਜਿਸ ਤਰ੍ਹਾਂ ਆਪਾਂ ਕਈ ਵਾਰੀ ਇਹ ਗੱਲ ਹੁਣ ਡਿਸਕਸ ਕਰ ਚੁੱਕੇ ਹਾਂ ਕਿ ਮਨੁੱਖ ਆਪਣੇ ਸਾਰੇ ਅਵਿਸ਼ਕਾਰ ਕਿਉਂ ਬਣਾਉਂਦਾ ਹੈ, ਤਾਂ ਕਿ ਉਹ ਆਪਣੀ ਉન્નਤੀ ਚਾਹੁੰਦਾ ਹੈ, ਡਿਵੈਲਪਮੈਂਟ ਚਾਹੁੰਦਾ ਹੈ, ਫਰੀडम ਚਾਹੁੰਦਾ ਹੈ, ਕੰਫਰਟ ਚਾਹੁੰਦਾ ਹੈ, ਲਗਜ਼ਰੀ ਚਾਹੁੰਦਾ ਹੈ, ਈਜ਼ੀ ਗੋਇੰਗ ਲਾਈਫ ਚਾਹੁੰਦਾ ਹੈ। ਕਿਸੇ ਮਨੁੱਖ ਨੂੰ ਕਹੋ ਵੀ ਤੇਰੇ ਕੋਲੇ ਦੋ ਚੋਇਸਿਸ ਨੇ,
ਆਪਣੇ ਗੋਡੇ ਰਗੜ ਰਗੜ ਕੇ ਤੁਰਨਾ ਹੈ ਤੇ ਦੂਜੇ ਨੂੰ ਕਹੋ ਵੀ ਤੂੰ ਕਾਰ 'ਚ ਬਹਿ ਕੇ ਜਾਣਾ, ਤਾਂ ਬੰਦਾ ਕਿਹਨੂੰ ਪਸੰਦ ਕਰੂਗਾ? ਕਾਰ 'ਚ ਬੈਠ ਕੇ ਜਾਣ ਨੂੰ ਪਸੰਦ ਕਰੇਗਾ। ਔਰ ਫਰੀडम ਲਵਿੰਗ ਹੈ। ਫਰੀडम ਲਵਿੰਗ ਦਾ ਇੱਕ ਸਪਿਰਿਚੁਅਲ ਮੀਨਿੰਗ ਵੀ ਹੈ, ਬਿਕੋਜ਼ ਅਸੀਂ ਕਹਿੰਦੇ ਹਾਂ ਕਿ ਗੋਲਡ ਇਜ਼ ਓਨਲੀ ਫ੍ਰੀ, ਬਾਕੀ ਸਾਰੇ ਤਾਂ ਮਾਇਆ ਦੇ ਜਾਲ 'ਚ ਬੰਨੇ ਹੋਏ ਨੇ। ਓਨਲੀ ਗੋਲਡ ਇਜ਼ ਅਪ, ਮਤਲਬ ਕਿ ਉਹ ਮਾਇਆ ਕਿਉਂਕਿ ਉਹਨੇ ਖੁਦ ਕ੍ਰੀਏਟ ਕੀਤੀ ਹੈ, ਇਸ ਕਰਕੇ ਉਹ ਆਪ ਮਾਇਆ ਤੋਂ ਪਰੇ ਹੈ। ਜੇ ਉਹਨੂੰ ਅਸੀਂ ਸਪਿਰਿਚੁਅਲੀ ਵੀ ਦੇਖਣ ਦੀ ਕਿਸੇ ਪਾਸਿਓਂ, ਕਿਸੇ ਨਾ ਕਿਸੇ ਫਿਲੋਸਫੀ ਦੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰੀਏ, ਤੇ ਹਰ ਮਨੁੱਖ ਦਾ ਏਮ ਕੀ ਹੈ, ਹਰ ਜੀਵ ਜੰਤੂ ਦਾ ਏਮ ਕੀ ਹੈ ਕਿ ਮੈਂ ਉਸ ਆਪਣੇ ਅਸਲੀ ਸਰੂਪ ਨੂੰ ਪਹਿਚਾਨਾਂ, ਔਰ ਐਂਡ ਆਈ ਸ਼ੁੱਡ ਆਲਸੋ ਬੀ ਫ੍ਰੀ, ਫ੍ਰੀ ਫਰੋਮ ਬਰਥ, ਫ੍ਰੀ ਫਰੋਮ ਡੈਥ, ਫ੍ਰੀ ਫਰੋਮ ਐਵਰੀਥਿੰਗ। ਬਟ ਉਹਨੂੰ ਅਸੀਂ ਅਗਰ ਸੰਸਾਰਿਕ ਰੂਪ 'ਚ, ਆਪਣੇ ਜੀਵਨ ਸ਼ੈਲੀ 'ਚ, ਆਪਣੀ ਕਾਰਜ ਸ਼ੈਲੀ 'ਚ ਦੇਖਣ ਦੀ ਕੋਸ਼ਿਸ਼ ਕਰੀਏ, ਉਰੇ ਵੀ ਸਾਡੀ ਜਿਹੜੀ ਅਸੀਂ ਫਰੀडम ਪਸੰਦ ਕਰਦੇ ਹਾਂ। ਮਤਲਬ ਛੋਟੀ ਜੀ ਗੱਲ ਤੇ ਵੀ ਤੁਸੀਂ ਸੋਚ ਲਓ ਵੀ ਕੀ ਸਾਨੂੰ ਕੋਈ ਬੰਦਿਸ਼ ਲੱਗੇ ਪਸੰਦ ਆਉਂਦੀ ਹੈ? ਬੰਦਿਸ਼ ਲੱਗਣੀ ਪਸੰਦ ਕਰਦੇ ਆ ਕਿ ਬੰਦਿਸ਼ ਹਟਾਣੀ ਪਸੰਦ ਕਰਦੇ ਆ? ਵਿੱਚ ਦੀ ਜਵਾਬ ਵੀ ਦਿੰਦੇ ਰਹੋ। ਤੁਹਾਡੇ ਉੱਤੇ ਬੰਦਿਸ਼ਾਂ ਲੱਗਣ ਪਸੰਦ ਕਰਦੇ ਹੋ ਕਿ ਬੰਦਿਸ਼ਾਂ ਹਟਾਣੀਆਂ ਪਸੰਦ ਕਰਦੇ ਹੋ? That is the nature, or not only human beings, even animals don't like it. ਇੱਕ ਜਿਹੜਾ ਜਾਨਵਰ ਹੈ ਉਹ ਪਿੰਜਰੇ 'ਚ ਰਹਿਣਾ ਪਸੰਦ ਕਰਦਾ ਕਿ ਆਜ਼ਾਦ ਘੁੰਮਣਾ ਪਸੰਦ ਕਰਦਾ? ਇੱਕ ਪੰਛੀ ਜਿਹੜਾ ਹੈਗਾ ਇੱਕ ਘੋਂਸਲੇ 'ਚ ਕੈਦ ਹੋਣਾ ਪਸੰਦ ਕਰਦਾ ਹੈ ਜਾਂ ਆਜ਼ਾਦ ਘੁੰਮਣਾ, ਆਸਮਾਨ 'ਚ ਉੜਨਾ ਪਸੰਦ ਕਰਦਾ? ਸੋ ਇਸ ਕਰਕੇ ਜਦੋਂ ਕੋਲੋਨਾਈਜ਼ਰਸ ਨੇ ਉਹਨਾਂ ਬਸਤੀਆਂ ਦੇ ਉੱਤੇ ਰਹਿ ਰਹੇ ਲੋਕਾਂ ਦੇ ਉੱਤੇ ਜ਼ਰੂਰਤ ਤੋਂ ਬੰਦ ਪਾਬੰਦੀਆਂ ਲਾਈਆਂ, ਤਾਂ ਉਹਨਾਂ ਨੇ ਉਹਨੂੰ ਅਪੋਜ਼ ਕਰਨਾ ਸਟਾਰਟ ਕੀਤਾ, ਕਿਉਂਕਿ ਹਰ ਬੰਦਿਸ਼ ਦੀ ਇੱਕ ਲਿਮਿਟ ਹੁੰਦੀ ਹੈ। ਅਸੀਂ ਉਹ ਪੜ੍ਹਾਂਗੇ ਵੀ ਕੋਈ ਡਿਟੇਲ ਦੇ ਵਿੱਚ ਕਿਹੜੇ ਕਿਹੜੇ ਕਾਨੂੰਨ ਉਸ ਵੇਲੇ ਪਾਸ ਕੀਤੇ ਗਏ, ਔਰ ਉਹਨਾਂ ਕਾਨੂੰਨਾਂ ਦੇ ਤਹਿਤ ਕਿੱਦਾਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਜਿਹਦਾ ਉਹਨਾਂ ਨੇ ਅਪੋਜ਼ ਕੀਤਾ ਔਰ ਉਸ ਦਾ ਵਿਰੋਧ ਕੀਤਾ। ਤੀਸਰਾ ਹੈ ਕਿ ਬੇਟਾ ਜਿਹੜੇ ਲੋਕਾਂ ਦੇ ਵਿੱਚ ਜਦੋਂ ਡਿਫਰੈਂਸ ਹੁੰਦਾ ਹੈ, ਜਿਵੇਂ ਡਿਫਰੈਂਸ ਨੂੰ ਸਮਝਣ ਦੀ ਲਓ ਵੀ ਬੇਟਾ ਕਿ ਜਿਵੇਂ ਸਾਡੇ ਰੀਤੀ ਰਿਵਾਜ ਵੱਖਰੇ ਹੋਣਗੇ ਕਿਸੇ ਦੂਜੀ ਕਮਿਊਨਿਟੀ ਨਾਲੋਂ, ਸਾਡਾ ਰਹਿਣ ਸਹਿਣ ਵੱਖਰਾ ਹੋਏਗਾ ਦੂਜੀ ਕਮਿਊਨਿਟੀ ਨਾਲੋਂ, ਸਾਡੇ ਧਾਰਮਿਕ ਰਿਵਾਜ ਵੱਖਰੇ ਹੋਣਗੇ ਕਿਸੇ ਦੂਜੀ ਕਮਿਊਨਿਟੀ ਦੇ ਨਾਲੋਂ। ਐਦਾਂ ਹੀ ਉਹ ਫਰਕ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਔਰ ਜਿਹੜੇ ਉਹਨਾਂ ਦੇ ਉੱਤੇ ਸ਼ਾਸਨ ਕਰ ਰਹੇ ਸੀ ਅੰਗਰੇਜ਼, ਉਹਨਾਂ ਦੇ ਵਿੱਚ ਫਰਕ ਸੀਗਾ। ਜਦੋਂ ਉਹ ਫਰਕ ਸੀਗਾ ਤਾਂ ਜਿਹੜਾ ਅੰਗਰੇਜ਼ੀ ਸਮਾਜ ਹੁੰਦਾ ਹੈ, ਕੰਟਰੋਲ ਕਰਨ ਵਾਲਾ ਵਿਅਕਤੀ ਹੁੰਦਾ ਹੈ, ਉਹਦੀ ਇਹ ਇੱਛਾ ਹੁੰਦੀ ਹੈ ਕਿ ਜਿਹੜੇ ਮੇਰੇ ਅਧੀਨ ਲੋਕ ਨੇ ਉਹ ਮੇਰੇ ਵਰਗੇ ਰੀਤੀ ਰਿਵਾਜਾਂ ਨੂੰ ਅਪਣਾਉਣ, ਉਹਨਾਂ ਨੂੰ ਫੋਲੋ ਕਰਨ, ਉਹ ਮੇਰੇ ਢੰਗ ਨਾਲ ਚੱਲਣ ਦੀ ਕੋਸ਼ਿਸ਼ ਕਰਨ। ਇਹੀ ਚੀਜ਼ਾਂ ਹੁਕਮਰਾਨ ਨਾਲ ਲਾਗੂ ਕਰਦੇ ਨੇ ਔਰ ਇਹੀ ਚੀਜ਼ਾਂ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਹਦਾ ਵੀ ਇੱਕ ਕਾਰਨ ਬਣਿਆ ਕਿ ਲੋਕਾਂ ਨੂੰ ਲੱਗਿਆ ਕਿ ਸਾਡੇ ਉੱਤੇ ਜ਼ਬਰਦਸਤੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ, ਕਿਉਂਕਿ ਅਸੀਂ ਗੁਲਾਮ ਹਾਂ ਤੇ ਕਿਉਂ ਨਾ ਗੁਲਾਮੀ ਤੋਂ ਮੁਕਤ ਹੋ ਜਾਈਏ। ਔਰ ਇਹਦੇ ਨਾਲ ਇੱਕ ਚੀਜ਼ ਹੋਰ ਜੁੜਦੀ ਹੈ ਕਿ ਜਿਹੜੇ ਹੁਕਮਰਾਨ ਜਦੋਂ ਦੂਜੇ, ਉਹਨਾਂ ਦਾ ਬੈਨੀਫਿਟ ਕੀ ਹੈ, ਮਤਲਬ ਏਮ ਕੀ ਸੀ? ਓਨਲੀ ਟੂ ਗੈਟ ਦਾ ਇਕਨੋਮਿਕ ਬੈਨੀਫਿਟਸ ਐਂਡ ਦੇ ਬਿਕੇਮ ਕਰਪਟ ਆਲਸੋ। ਤੇ ਜਿਹਦੇ ਨਾਲ ਲੋਕਾਂ ਦੇ ਮਨਾਂ 'ਚ ਰੋਸ਼ ਹੋਰ ਜ਼ਿਆਦਾ ਵਧਣਾ ਸੁਭਾਵਿਕ ਸੀਗਾ। ਔਰ ਉਸ ਤੋਂ ਬਾਅਦ ਹੈ ਜਦੋਂ ਅਸੀਂ ਅਗਲਾ ਪੁਆਇੰਟ ਕੇ ਸੋਚਣ ਦੀ ਕੋਸ਼ਿਸ਼ ਕਰੀਏ ਕਿ ਦੋਨਾਂ ਦੇ ਉਦੇਸ਼ ਵੱਖਰੇ ਨੇ। ਜਦੋਂ ਅਸੀਂ ਆਪਣੀ ਕੰਟਰੀ ਦੇ ਉੱਤੇ ਆਪ ਰੂਲ ਕਰਦੇ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਕੰਟਰੀ ਤਰੱਕੀ ਕਰੇ, ਸਾਡੇ ਲੋਕ ਉੱਨਤ ਕਰਨ, ਸਾਡੇ ਲੋਕ ਖੁਸ਼ਹਾਲ ਹੋਣ। ਜਦੋਂ ਅਸੀਂ ਦੂਜੇ ਤੇ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਵੀ ਇਹ ਭਾਵੇਂ ਖੁਸ਼ਹਾਲ ਹੋਵੇ ਨਾ ਹੋਵੇ, ਇਹਦੀ ਤਰੱਕੀ ਹੋਵੇ ਨਾ ਹੋਵੇ, ਲੇਕਿਨ ਮੇਰੀ ਡਿਵੈਲਪਮੈਂਟ, ਮੇਰੀ ਖੁਸ਼ਹਾਲੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਆਈ ਸ਼ੁੱਡ ਗੈਟ ਦਾ ਮੈਕਸਿਮਮ ਬੈਨੀਫਿਟ, ਆਈ ਸ਼ੁੱਡ ਗੈਟ ਦਾ ਮੈਕਸਿਮਮ ਫਾਈਨੈਂਸ਼ੀਅਲ ਸਪੋਰਟ। ਤੋ ਇਸ ਕਰਕੇ ਜਿਹੜੇ ਉਹਨਾਂ ਦੇ ਉਦੇਸ਼ਾਂ ਵਿੱਚ ਵੀ ਫਰਕ ਸੀਗਾ, ਉਹਨਾਂ ਕਰਕੇ ਵੀ ਟਕਰਾਵ ਹੋਇਆ। ਔਰ ਅੰਗਰੇਜ਼ ਸਰਕਾਰ ਦਾ ਕੋਈ ਦਖਲ ਸਾਡੇ ਵਿੱਚ ਨਹੀਂ ਹੋਣਾ ਚਾਹੀਦਾ, ਇਹ ਭਾਵਨਾ ਅਮਰੀਕੀਆਂ ਦੇ ਮਨਾਂ ਦੇ ਵਿੱਚ ਪਨਪਣੀ ਔਰ ਵਧਣੀ ਸਟਾਰਟ ਹੋ ਗਈ, ਜਿਹਦੇ ਨਾਲ ਅਮਰੀਕਾ ਦੇ ਮਨਾਂ ਦੇ ਵਿੱਚ, ਅਮਰੀਕਨਾਂ ਦੇ ਮਨਾਂ ਦੇ ਵਿੱਚ ਇੰਗਲੈਂਡ ਦੇ ਪ੍ਰਤੀ ਵਿਰੋਧ ਦੀ ਭਾਵਨਾ ਅਲਟੀਮੇਟਲੀ ਕ੍ਰਾਂਤੀ ਦਾ ਰੂਪ ਲੈ ਗਈ। ਪੰਜਵਾਂ ਹੈਗਾ 7 ਸਾਲਾ ਯੁੱਧ। ਬੇਟਾ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਉਸ ਵੇਲੇ ਯੂਰਪ ਦੇ ਜਿੰਨੇ ਕੰਟਰੀ ਸੀਗੇ ਉਹ ਸਾਰੇ ਹੀ ਕॉलोनियां ਬਣਾਉਂਦੇ ਸੀ। ਹਿੰਦੁਸਤਾਨ 'ਚ ਵੀ ਬਣਾਈਆਂ, ਏਸ਼ੀਆ 'ਚ ਵੀ, ਬਾਕੀ ਮੁਲਕਾਂ 'ਚ ਵੀ, ਅਫਰੀਕਾ 'ਚ ਵੀ,
ਇੱਦਾਂ ਹੀ ਫਰਾਂਸ ਨੇ ਵੀ ਬਣਾਈਆਂ ਹੋਈਆਂ ਸੀਗੀਆਂ, ਪੁਰਤਗਾਲ ਨੇ ਵੀ, ਸਪੇਨ ਨੇ ਵੀ, ਈਵਨ ਡੱਚ ਈਸਟ ਇੰਡੀਆ ਕੰਪਨੀ ਦਾ ਨਾਮ ਤੁਸੀਂ ਜ਼ਿਕਰ ਕਰਦੇ ਹੋ ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ, ਈਸਟ ਇੰਡੀਆ ਕੰਪਨੀ ਦੀ ਗੱਲ ਕਰਦੇ ਆ, ਤਾਂ ਇਹ ਸਾਰੀਆਂ ਬਸਤੀਆਂ ਬਣਾਉਂਦੇ ਸਨ। ਉੱਦਾਂ ਹੀ ਫਰਾਂਸ ਦੇ ਵੀ ਉਪਨਿਵੇਸ਼ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਸੀਗੇ, ਔਰ ਅਮਰੀਕਾ ਦੀ ਜਨਤਾ ਨੂੰ ਇਹ ਡਰ ਲੱਗਿਆ ਰਹਿੰਦਾ ਸੀ ਕਿ ਫਰਾਂਸ ਉੱਤੇ ਹਮਲਾ ਕਰਕੇ ਕਿਤੇ ਆਪਣਾ ਪ੍ਰਭਾਵ ਨਾ ਜਮਾ ਲਵੇ, ਇਸ ਲਈ ਉਹਨਾਂ ਨੂੰ ਇੰਗਲੈਂਡ ਦੇ ਉੱਤੇ ਡਿਪੈਂਡ ਕਰਨਾ ਪੈਂਦਾ ਸੀ, ਕਿਉਂਕਿ ਉਹ ਫਰਾਂਸ ਤੋਂ ਜ਼ਿਆਦਾ ਡਰਦੇ ਸੀ ਇੰਗਲੈਂਡ ਦੇ ਨਾਲੋਂ। ਔਰ ਅਲਟੀਮੇਟਲੀ ਕੀ ਹੋਇਆ ਕਿ ਬ੍ਰਿਟਿਸ਼ ਸਰਕਾਰ ਦਾ ਵਿਰੋਧ ਨਹੀਂ ਸੀ ਕਰਦੇ, ਲੇਕਿਨ ਜਦੋਂ 7 ਸਾਲਾ ਯੁੱਧ ਹੋਇਆ ਫਰਾਂਸ ਤੇ ਇੰਗਲੈਂਡ ਦੇ ਵਿੱਚ, ਔਰ ਉਹਦੇ ਵਿੱਚ ਫਰਾਂਸ ਦੀ ਹਾਰ ਹੋ ਗਈ ਔਰ ਇੰਗਲੈਂਡ ਦਾ ਅਧਿਕਾਰ ਈਵਨ ਕੈਨੇਡਾ ਦੇ ਉੱਤੇ ਵੀ ਹੋ ਗਿਆ, ਉਹਦੇ ਨਾਲ ਫਰਾਂਸੀਸੀਆਂ ਦੇ ਪ੍ਰਤੀ ਜੋ ਅਮਰੀਕਾ ਵਾਸੀਆਂ ਦੇ ਮਨਾਂ ਦੇ ਵਿੱਚ ਡਰ ਸੀਗਾ ਉਹ ਖਤਮ ਹੋ ਗਿਆ। ਤਾਂ ਹੁਣ ਉਹ ਸਿੱਧਾ ਇੰਗਲੈਂਡ ਤੋਂ ਆਪਣਾ ਛੁਟਕਾਰਾ ਕਿੱਦਾਂ ਹੋ ਸਕਦਾ, ਇਸ ਦ੍ਰਿਸ਼ਟੀਕੋਣ ਦੇ ਨਾਲ ਸੋਚਣ ਔਰ ਕੰਮ ਕਰਨ ਲੱਗ ਪਏ। ਨੈਕਸਟ ਹੈ ਬੇਟਾ ਬਸਤੀਆਂ ਦੀ ਸੁਰੱਖਿਆ ਦਾ ਸਮੱਸਿਆ। ਜਦੋਂ ਲੜਾਈ ਹੁੰਦੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ, ਤੇ ਜਦੋਂ ਫਰਾਂਸ ਔਰ ਇੰਗਲੈਂਡ ਦੇ ਵਿੱਚ 7 ਸਾਲਾ ਯੁੱਧ ਹੋਇਆ ਤਾਂ ਉਹਨਾਂ ਦੀ ਆਰਥਿਕ ਹਾਲਤ ਵੀ ਖਰਾਬ ਹੋਈ। ਹੁਣ ਜਦੋਂ ਇੰਗਲੈਂਡ ਦੀ ਆਰਥਿਕ ਹਾਲਤ ਖਰਾਬ ਹੋਏਗੀ ਤੇ ਉਹ ਆਪਣੇ ਮੁਲਕ ਦੀ ਤਾਂ ਆਰਥਿਕ ਹਾਲਤ ਖਰਾਬ ਨਹੀਂ ਹੋਣ ਦੇਗਾ, ਉਹ ਕੀ ਕਰੇਗਾ ਕਿ ਬਸਤੀਆਂ ਦਾ ਸ਼ੋਸ਼ਣ ਕਰੇਗਾ, ਅਮਰੀਕਾ ਦਾ ਸ਼ੋਸ਼ਣ ਕਰੇਗਾ। ਇਸ ਕਰਕੇ ਅਮਰੀਕਾ ਦੀ ਆਰਥਿਕ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ, ਮਾੜੀ ਹੋ ਗਈ, ਔਰ ਇਸ ਕਰਕੇ ਇੰਗਲੈਂਡ ਨੂੰ ਅਮਰੀਕਾ ਦੀ ਰੱਖਿਆ ਦੇ ਲਈ ਖਰਚੇ ਦਾ ਭਾਰ ਚੁੱਕਣਾ ਹੁਣ ਔਖਾ ਲੱਗ ਰਿਹਾ ਸੀ। ਉਹਨੂੰ ਲੱਗਦਾ ਸੀ ਵੀ ਇਹ ਹੁਣ ਐਕਸਪੈਂਡੀਚਰ ਫਜ਼ੂਲ ਦਾ ਹੈ, ਜਿੱਥੇ ਤੱਕ ਤਾਂ ਉਹਨੂੰ ਬੈਨੀਫਿਟ ਹੋ ਤਾਂ ਉੱਥੇ ਤਾਂ ਖਰਚ ਕਰੇਗਾ ਜਿੱਥੇ ਉਹਨੂੰ ਫਾਇਦਾ ਹੋਣਾ ਹੈ, ਪਰ ਜਿੱਥੇ ਸਿਰਫ ਐਕਸਪੈਂਡੀਚਰ ਹੋਣਾ ਹੈ, ਜਿਵੇਂ ਬੇਟਾ ਸਾਡੀਆਂ ਸਰਕਾਰਾਂ ਕਈ ਵਾਰੀ ਕੀ ਕਰਦੀਆਂ ਨੇ ਕਿ ਬਿਜ਼ਨਸਮੈਨ ਨੂੰ ਤਾਂ ਛੂਟ ਦਿੰਦੀਆਂ ਨੇ ਕਿਉਂਕਿ ਉੱਥੋਂ ਪ੍ਰੋਫਿਟ ਆਣਾ ਹੈ, ਪੈਸੇ ਆਣੇ ਹੈ, ਪਰ ਜੇ ਉਹਨਾਂ ਨੂੰ ਕਹੋ ਵੀ ਹਸਪਤਾਲ ਖੋਲ੍ਹ ਲਓ, ਸਕੂਲ ਖੋਲ੍ਹ ਲਓ, ਟੀਚਰਾਂ ਨੂੰ ਤਨਖਾਹ ਦੇ ਦਿਓ, ਡਾਕਟਰ ਰੱਖ ਲਓ, ਨਰਸਾਂ ਰੱਖ ਲਓ, ਉਹਨਾਂ ਨੂੰ ਤਨਖਾਹ ਦੇ ਦਿਓ, ਤਾਂ ਕਿ ਉਹਨਾਂ ਨੂੰ ਲੱਗਦਾ ਖਰਚ ਹੈ, ਫਜ਼ੂਲ ਦਾ ਖਰਚਾ ਹੈ, ਵੀ ਇਹ ਤਾਂ ਇੱਥੇ ਖਰਚ ਕਰਨ ਦੀ ਲੋੜ ਨਹੀਂ ਹੈ। That becomes the sense of the people, and that became the sense of the Britishers, that the expenditure on the security of America is useless, ਕਿਉਂਕਿ ਇੱਕ ਤਾਂ ਫਰਾਂਸ ਦਾ ਵੀ ਖਤਰਾ ਖਤਮ ਹੋ ਚੁੱਕਾ ਸੀ। ਤੇ ਉਹਦੇ ਨਾਲ ਕੀ ਹੋਇਆ ਕਿ ਪਰ ਬਸਤੀਆਂ ਵਾਲੇ ਪਹਿਲਾਂ ਹੀ ਇੰਗਲੈਂਡ ਦੀਆਂ ਨੀਤੀਆਂ ਕਾਰਨ ਉਸ ਦੇ ਵਿਰੁੱਧ ਸੀ, ਤਾਂ ਇਸ ਕਰਕੇ ਇਹ ਜਿਹੜੇ ਉਹਨੇ ਖਰਚ ਘਟਾਣੇ ਸ਼ੁਰੂ ਕੀਤੇ, ਉਹਦੇ ਨਾਲ ਜੋ ਬੇਰੁਜ਼ਗਾਰੀ ਵਧੀ, ਜੋ ਡਿਵੈਲਪਮੈਂਟ ਰੁਕੀ, ਉਹਦੇ ਨਾਲ ਵੀ ਅਮਰੀਕਾ ਵਾਸੀਆਂ ਦੇ ਮਨਾਂ ਦੇ ਵਿੱਚ ਇੰਗਲੈਂਡ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਹੋਰ ਜ਼ਿਆਦਾ ਵੱਧ ਗਈ। ਫਿਰ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਪੜ੍ਹਨਾ ਹੈ ਓਹੀਓ ਤੇ ਮਿਸਿਸਿਪੀ, ਇਹ ਦੋ ਸਟੇਟਾਂ ਨੇ, ਬੜੀਆਂ ਫੇਮਸ ਸਟੇਟਾਂ ਨੇ ਅਮਰੀਕਾ ਦੀਆਂ ਅੱਜ ਵੀ, ਓਹੀਓ ਐਂਡ ਮਿਸਿਸਿਪੀ। 7 ਸਾਲਾ ਯੁੱਧ ਦੇ ਸਮੇਂ ਇੰਗਲੈਂਡ ਨੇ ਓਹੀਓ ਤੇ ਮਿਸਿਸਿਪੀ ਨਦੀਆਂ ਦੇ ਪੂਰਬੀ ਪ੍ਰਦੇਸ਼ਾਂ ਤੇ ਕਾਫੀ ਏਰੀਆ ਦੇ ਉੱਤੇ ਅਧਿਕਾਰ ਕਰ ਲਿਆ। ਜਦੋਂ ਯੁੱਧ ਖਤਮ ਹੋ ਗਿਆ ਤਾਂ ਅਮਰੀਕੀ ਲੋਕ ਇਹਨਾਂ ਪ੍ਰਦੇਸ਼ਾਂ ਨੂੰ ਅਮਰੀਕਾ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ, ਵੀ ਸਾਡੇ ਨੇ ਇਹਨਾਂ ਦੇ ਵਿੱਚ ਸ਼ਾਮਲ ਕਰੋ, ਇਨਕਲੂਡ ਕਰੋ, ਪਰ ਇੰਗਲੈਂਡ ਨੇ ਇਹਨਾਂ ਉੱਤੇ ਆਪਣਾ ਅਧਿਕਾਰ ਛੱਡਣ ਤੋਂ ਮਨਾ ਕਰ ਦਿੱਤਾ, ਵੀ ਇਹਨੂੰ ਮੈਂ ਸੈਪਰੇਟ ਆਪਣੀਆਂ ਕਾਲੋਨੀ ਦੇ ਤੌਰ ਦੇ ਉੱਤੇ ਰੱਖੂੰਗਾ। ਤੇ ਜਿਸ ਕਰਕੇ ਇਹ ਟਕਰਾਵ ਹੋਰ ਜ਼ਿਆਦਾ ਵੱਧ ਗਿਆ। ਉਹਨਾਂ ਨੂੰ ਲੱਗਿਆ ਕਿ ਜਿਹੜਾ ਇੰਗਲੈਂਡ ਹੈ ਉਹ ਪਿਓਰਲੀ ਸਮਰਾਜਵਾਦੀ ਨੀਤੀ ਦੇ ਉੱਤੇ ਚੱਲ ਰਿਹਾ ਹੈ, ਉਹਨੇ ਸਾਡੇ ਉੱਤੇ ਕੰਟਰੋਲ ਨਹੀਂ ਖਤਮ ਕਰਨਾ ਤੇ ਸਾਡੇ ਅਧਿਕਾਰ ਸਾਨੂੰ ਨਹੀਂ ਦੇਣੇ। ਹੁਣ ਫਰਾਂਸ ਨੇ ਵੀ ਕੀ ਕੀਤਾ, ਜਦੋਂ 7 ਸਾਲਾ ਯੁੱਧ 'ਚ ਹਾਰ ਗਿਆ, ਉਹਦੀਆਂ ਆਪਣੀਆਂ ਬਸਤੀਆਂ ਉਹਦੇ ਕੋਲੋਂ ਖੋਹੀਆਂ ਗਈਆਂ, ਤਾਂ ਨਾਓ ਹੀ ਸਟਾਰਟਡ ਪਲੈਨਿੰਗ ਕਿ ਜਿਹੜਾ ਇੰਗਲੈਂਡ ਹੈ ਇਹਦੀਆਂ ਬਸਤੀਆਂ ਵੀ ਇਹਦੇ ਕੋਲੇ ਨਾ ਰਹਿਣ, ਐਂਡ ਫਰਾਂਸੀਸੀਆਂ ਨੇ ਅਮਰੀਕਾ ਵਾਸੀਆਂ ਦੀ ਸਪੋਰਟ ਕਰਨੀ ਸਟਾਰਟ ਕਰ ਦਿੱਤੀ। ਤਾਂ ਜਿਹਦੇ ਨਾਲ ਅਮਰੀਕਾ ਵਾਸੀਆਂ ਦਾ ਜਿਹੜਾ ਹੌਸਲਾ ਸੀ ਉਹ ਵੱਧ ਗਿਆ, ਕਿਉਂਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਹੁਣ ਫਰਾਂਸ ਨੇ ਦੇਣੀ ਸ਼ੁਰੂ ਕਰ ਦਿੱਤੀ। ਤੇ ਉਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਸਕਸੈਸਫੁਲੀ ਆਪਣੀਆਂ ਬਸਤੀਆਂ ਨੂੰ ਇੰਗਲੈਂਡ ਤੋਂ ਆਜ਼ਾਦ ਕਰਵਾ ਸਕਦੇ ਹਾਂ। ਉਪਨਿਵੇਸ਼ਾਂ ਦੇ ਸ਼ਾਸਨ ਪ੍ਰਬੰਧ ਦੀ ਬੁਰੀ ਹਾਲਤ, ਤੇ ਬੇਟਾ ਅਸੀਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤੀ ਹੈ ਕਿ ਜਦੋਂ ਸਾਡੀ ਇੱਛਾ ਸਿਰਫ ਸਮਰਾਜਵਾਦੀ ਹੋਏ, ਆਰਥਿਕ ਤੌਰ ਤੇ ਬੈਨੀਫਿਟ ਹੋਏ, ਤਾਂ ਸ਼ਾਸਨ ਪ੍ਰਣਾਲੀ ਕਦੇ ਵੀ ਸੁਚੱਜੀ ਨਹੀਂ ਹੋ ਸਕਦੀ, ਕਿਉਂਕਿ ਸ਼ਾਸਨ ਪ੍ਰਣਾਲੀ ਦਾ ਬੇਸਿਕ ਪ੍ਰਿੰਸੀਪਲ ਹੁੰਦਾ ਡਿਵੈਲਪਮੈਂਟ ਆਫ ਦਾ ਪੀਪਲ। ਤੇ ਡਿਵੈਲਪਮੈਂਟ ਆਫ ਦਾ ਪੀਪਲ ਕਰਨ ਲੱਗੇ, ਲੋਕਾਂ ਦੀ ਭਲਾਈ ਕਰਨ ਲੱਗੇ, ਸਾਨੂੰ ਬਹੁਤ ਸਾਰੇ ਖਰਚ ਕਰਨੇ ਪੈਂਦੇ ਨੇ। ਜਦੋਂ ਅਸੀਂ ਉਹ ਖਰਚ ਕਰਨ ਤੋਂ ਭੱਜਦੇ ਹਾਂ ਤਾਂ ਡਿਵੈਲਪਮੈਂਟ ਤਾਂ ਹੋ ਨਹੀਂ ਸਕਦੀ। ਜੇ ਅਸੀਂ ਸੜਕਾਂ ਬਣਾਉਣੀਆਂ ਤਾਂ ਪੈਸਾ ਲੱਗੇਗਾ, ਜੇ ਸਕੂਲ ਬਣਾਉਣੇ ਆ ਤਾਂ ਪੈਸਾ ਲੱਗੇਗਾ, ਜੇ ਕਾਲਜ ਬਣਾਉਣੇ ਆ ਤਾਂ ਪੈਸਾ ਲੱਗੇਗਾ,
ਜੇ ਪੁਲ ਬਣਾਉਣੇ ਆ ਤਾਂ ਪੈਸਾ ਲੱਗੇਗਾ, ਪਰ ਜੇ ਅਸੀਂ ਪੈਸਾ ਸਿਰਫ ਉੱਥੇ ਲਾਣਾ ਜਿੱਥੋਂ ਸਾਨੂੰ ਬੈਨੀਫਿਟ ਔਰ ਦੂਜੀ ਥਾਂ ਤੇ ਨਹੀਂ ਲਾਣਾ, ਦੈਨ ਦ ਐਡਮਿਨਿਸਟ੍ਰੇਸ਼ਨ ਵਿਲ ਹੈਵ ਟੂ ਬੀ ਨॉन ਬੈਨੀਫੀਸ਼ੀਅਲ ਫॉर द ਪੀਪਲ। ਤੋ ਜਿਹਦੇ ਕਰਕੇ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਜਾਣਾ ਲਾਜ਼ਮੀ ਹੋ ਜਾਂਦਾ ਹੈ। ਔਰ ਜਦੋਂ ਸ਼ਾਸਨ ਪ੍ਰਣਾਲੀ ਦੇ ਪ੍ਰਤੀ ਨਿਰਾਸ਼ਾ ਫੈਲਦੀ ਹੈ ਤਾਂ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਟੁੱਟ ਜਾਂਦਾ ਹੈ, ਫਿਰ ਲੋਕ ਕ੍ਰਾਂਤੀ ਵਾਲੀ ਰਾਹ ਤੇ ਤੁਰ ਪੈਂਦੇ ਨੇ। ਨੈਕਸਟ ਬੇਟਾ, ਇੰਗਲੈਂਡ ਦੇ ਪ੍ਰਤੀ ਵਫਾਦਾਰੀ ਦੀ ਘਾਟ। ਜਦੋਂ ਇਹ ਸਾਡੇ ਮਨਾਂ ਦੇ ਵਿੱਚ ਫੀਲਿੰਗ ਹੁੰਦੀ ਹੈ ਕਿ ਇਹ ਸਾਡੇ ਤੇ ਰਾਜ ਕਰਨ ਲਈ ਬਾਹਰੋਂ ਆਇਆ ਹੈ, ਇਹ ਸਾਡਾ ਨਹੀਂ ਹੈਗਾ, ਤਾਂ ਸਾਡੀ ਵਫਾਦਾਰੀ ਉਹਨਾਂ ਦੇ ਪ੍ਰਤੀ ਹੋਣ ਦੀ ਸੰਭਾਵਨਾ ਵੀ ਨਹੀਂ ਰਹਿੰਦੀ। ਉਹ ਇੱਕੋ ਹੀ ਕੰਡੀਸ਼ਨ 'ਚ ਬਣ ਸਕਦੀ ਹੈ ਜੇ ਸਾਡੇ ਤੇ ਰਾਜ ਕਰਨ ਵਾਲਾ ਰਾਜ ਸਾਡੀ ਭਲਾਈ ਲਈ ਕਰ ਰਿਹਾ ਹੋਏ, ਪਰ ਜੇ ਰਾਜ ਵੀ ਸਾਡੀ ਭਲਾਈ ਲਈ ਨਹੀਂ ਹੋ ਰਿਹਾ ਤਾਂ ਉਹਦੇ ਨਾਲ ਸਿੱਟਾ ਕੀ ਨਿਕਲਦਾ ਹੈ ਕਿ ਵਫਾਦਾਰੀ ਬਹੁਤ ਜ਼ਿਆਦਾ ਘਟ ਜਾਂਦੀ ਹੈ। ਔਰ ਕਈ ਵਾਰ ਇੰਗਲੈਂਡ ਦੇ ਇਹਨਾਂ ਬੁਰੇ ਚਰਿੱਤਰ ਵਾਲਿਆਂ ਨੂੰ ਇੱਧਰ ਭੇਜ ਦਿੱਤਾ ਜਾਂਦਾ ਸੀਗਾ ਵੀ ਤੁਸੀਂ ਜਾ ਕੇ ਕੰਟਰੋਲ ਕਰੋ, ਤੇ ਜਿਹਦੇ ਨਾਲ ਹੋਰ ਜ਼ਿਆਦਾ ਮਾੜਾ ਅਸਰ ਪੈਂਦਾ ਸੀ। ਜਿਵੇਂ ਤੁਸੀਂ ਬੇਟਾ ਯਾਦ ਹੋਣਾ ਹੈ ਕਿ ਸਕੂਲ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪੈਂਦਾ ਹੈ, ਬੱਚੇ ਚੁੱਪ ਨਹੀਂ ਕਰਦੇ, ਤਾਂ ਟੀਚਰ ਕੀ ਕਰਦਾ ਸੀ, ਉਹ ਇੱਕ ਮੋਨੀਟਰ ਨੂੰ ਖੜਾ ਕਰ ਦਿੰਦਾ ਸੀਗਾ ਵੀ ਕਲਾਸ ਨੂੰ ਚੁੱਪ ਕਰਾਓ। ਤੇ ਉਹ ਮੋਨੀਟਰ ਕੌਣ ਹੁੰਦਾ ਸੀ? ਜਿਹੜਾ ਸਭ ਤੋਂ ਵੱਧ ਸ਼ਰਾਰਤੀ ਬੱਚਾ, ਕਿਉਂਕਿ ਸਾਊ ਬੱਚੇ ਤੋਂ ਤਾਂ ਕੰਟਰੋਲ ਹੋਣਾ ਨਹੀਂ, ਤੇ ਸ਼ਰਾਰਤੀ ਬੱਚੇ ਦੀ ਡਿਊਟੀ ਲਾ ਦਿੱਤੀ ਜਾਂਦੀ ਸੀ ਵੀ ਤੂੰ ਕੰਟਰੋਲ ਕਰ। ਤੇ ਟੀਚਰ ਦਾ ਦੋਨੋਂ ਕੰਮ ਹੋ ਗਏ, ਸ਼ਰਾਰਤੀ ਬੱਚਾ ਆਪ ਵੀ ਸ਼ਰਾਰਤ ਨਹੀਂ ਕਰੂਗਾ, ਨਾਲੇ ਦੂਜਿਆਂ ਨੂੰ ਵੀ ਕੰਟਰੋਲ ਕਰੂਗਾ। ਐਦਾਂ ਹੀ ਇੰਗਲੈਂਡ ਕੀ ਕਰਦਾ ਸੀ ਕਿ ਜਿਹੜੇ ਬੰਦਿਆਂ ਨੂੰ ਸਜ਼ਾ ਦੇਣੀ ਸੀ ਉਹਨੂੰ ਚੱਕ ਕੇ ਕਹਿੰਦੇ ਸੀ ਚਲੋ ਅਮਰੀਕਾ ਭੇਜੋ, ਕਿਉਂਕਿ ਬੇਟਾ ਅੱਜ ਕੱਲ ਅਮਰੀਕਾ ਤੇ ਕੈਨੇਡਾ ਜਿੱਦਾਂ ਜਾਣਦੇ ਹੋ ਉਦਾਂ ਦਾ ਮਾਹੌਲ ਨਹੀਂ ਸੀਗਾ। ਅੱਜ ਦੀ ਤਰ੍ਹਾਂ ਅਮਰੀਕਨ ਡਾਲਰ ਜਿਹੜਾ ਹੈ ਉਹ 65-70 ਰੁਪਏ ਦਾ ਨਹੀਂ ਸੀਗਾ। ਉੱਥੇ ਤਾਂ ਪਹਿਲਾਂ ਤਾਂ ਸਮੁੰਦਰਾਂ ਦੇ ਰਸਤੇ ਜਾਣਾ ਪੈਂਦਾ ਸੀ, 6-6 ਮਹੀਨੇ ਜਾਣ ਨੂੰ ਲੱਗ ਜਾਂਦੇ ਸੀ। ਕਈ ਬੰਦਿਆਂ ਦੀ ਤਾਂ ਰਸਤੇ ਦੇ ਵਿੱਚ ਹੀ ਡੈਥ ਹੋ ਜਾਂਦੀ ਸੀ, ਜਾਂ ਸਮੁੰਦਰ ਦੇ ਵਿੱਚ ਜਦੋਂ ਤੁਸੀਂ ਜਾਂਦੇ ਆ ਤਾਂ ਪਾਣੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ। ਔਰ ਜਦੋਂ ਕਈ ਮਹੀਨਿਆਂ ਤੱਕ ਤੁਸੀਂ ਉਹਦੇ 'ਚ ਰਹਿਣਾ ਹੈ, ਔਰ ਜਦੋਂ ਤੁਹਾਨੂੰ ਕੋਈ ਜ਼ਮੀਨ ਦਾ ਟੁਕੜਾ ਦਿਖਾਈ ਨਹੀਂ ਦੇਣਾ, ਤਾਂ ਇੱਕ ਤਰੀਕੇ ਦੀ ਉਹ ਸਜ਼ਾ ਹੁੰਦੀ ਸੀ। ਕਾਬਲ ਅਫਸਰਾਂ ਨੂੰ ਨਹੀਂ ਸੀ ਭੇਜਿਆ ਜਾਂਦਾ, ਕਾਬਲ ਅਫਸਰ ਤੋਂ ਆਪਣੇ ਮੁਲਕ ਦੇ ਵਿੱਚ ਰੱਖਦੇ ਸੀਗੇ ਆਪਣੇ ਮੁਲਕ ਦੀ ਡਿਵੈਲਪਮੈਂਟ ਦੇ ਲਈ। ਤੇ ਉਹ ਜਦੋਂ ਜਾਂਦੇ ਸੀ ਤੇ ਹੁਣ ਉਹ ਜਦੋਂ ਬੰਦੇ ਉਸ ਤਰੀਕੇ ਦੇ ਲੋਕ ਉੱਥੇ ਜਾਂਦੇ ਸੀਗੇ ਤਾਂ ਉਹ ਲੋਕੀ ਫਿਰ ਉੱਥੇ ਜਾ ਕੇ ਉੱਦਾਂ ਦੇ ਕੰਮ ਕਰਦੇ ਸੀ। ਤਾਂ ਜਿਹਦੇ ਕਰਕੇ ਉਹਨਾਂ ਲੋਕਾਂ ਦੇ ਪ੍ਰਤੀ ਜਿਹੜੇ ਅਮਰੀਕਨ ਵਾਸੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਹੋਰ ਜ਼ਿਆਦਾ ਰੋਸ਼ ਵੱਧਦਾ ਚਲਾ ਗਿਆ। ਔਰ ਲਾਸਟ ਰਾਜਨੀਤਿਕ ਕਾਰਨ ਅਸੀਂ ਇਹਦੇ 'ਚ ਪੜਾਂਗੇ ਕਿ ਉਪਨਿਵੇਸ਼ ਵਾਸੀਆਂ ਦੀ ਆਤਮ ਨਿਰਭਰਤਾ, ਕਿ ਜਿਹੜੇ ਉਪਨਿਵੇਸ਼ ਸੀ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ 'ਚ ਨਹੀਂ ਸੀ ਹੁੰਦੀਆਂ। ਤਾਂ ਜਦੋਂ ਰੋਜ਼ਾਨਾ ਜ਼ਿੰਦਗੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਇੰਗਲੈਂਡ ਤੇ ਡਿਪੈਂਡ ਕਰਨਾ ਪੈਂਦਾ ਸੀ, ਤਾਂ ਇੰਗਲੈਂਡ ਦੀਆਂ ਜ਼ਿਆਦਤੀਆਂ ਵੀ ਸਹਿੰਦੇ ਸੀ, ਕੰਟਰੋਲ ਵੀ ਸਹਿੰਦੇ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀਆਂ ਜ਼ਰੂਰਤਾਂ ਆਪਣੇ ਮੁਲਕ 'ਚ ਪੂਰੀਆਂ ਹੋਣ ਲੱਗ ਗਈਆਂ, ਇੰਡੀਪੈਂਡੈਂਟ ਹੋ ਗਏ, ਤਾਂ ਉਹਨਾਂ ਨੇ ਕਿਹਾ ਵੀ ਬਾਹਰੋਂ ਹੁਣ ਚੀਜ਼ਾਂ ਨਾ ਮੰਗਾਓ। ਮੰਨ ਲਓ ਬੇਟਾ ਸਾਡੇ ਗੇਹੂੰ ਬਹੁਤ ਹੈ, ਅਸੀਂ ਉਹਦੇ ਬਾਵਜੂਦ ਗੇਹੂੰ ਬਾਹਰੋਂ ਮੰਗਾਈਏ ਔਰ ਸਾਡੇ ਤੇ ਉਹਦਾ ਬੋਝ ਪਵੇ, ਆਪਣਾ ਅਨਾਜ ਸੜ ਜਾਏ, ਤੇ ਉਹਦੇ ਨਾਲ ਸਾਡੇ ਮਨਾਂ 'ਚ ਵਿਸ਼ਵਾਸ ਰਾਜ ਦੇ ਪ੍ਰਤੀ, ਸ਼ਾਸਨ ਦੇ ਪ੍ਰਤੀ ਘਟੇਗਾ। ਇਸ ਕਰਕੇ ਲੇਕਿਨ ਇੰਗਲੈਂਡ ਨੂੰ ਸੂਟ ਕੀ ਕਰਦਾ ਸੀ ਕਿ ਮੇਰਾ ਮਾਲ ਵਿਕੇ, ਇਹਨਾਂ ਦਾ ਮਾਲ ਭਾਵੇਂ ਵਿਕੇ ਜਾਂ ਨਾ ਵਿਕੇ। ਇਸ ਕਰਕੇ ਵੀ ਜਿਹੜੇ ਅਮਰੀਕਨ ਵਾਸੀਆਂ ਦੇ ਮਨਾਂ ਦੇ ਵਿੱਚ ਇੰਗਲੈਂਡ ਦੇ ਪ੍ਰਤੀ ਜਿਹੜਾ ਰੋਸ਼ ਸੀਗਾ ਉਹ ਬਹੁਤ ਜ਼ਿਆਦਾ ਵੱਧ ਗਿਆ। ਤਾਂ ਇਹ ਬੇਟਾ ਅਸੀਂ ਜਿਹੜੇ ਪੜ੍ਹੇ ਨੇ ਇਹ ਉਹਦੇ ਰਾਜਨੀਤਿਕ ਕਾਰਨ